ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਸਮਾਜਿਕ ਸਤਰੀਕਰਨ ਦੇ ਸਮਾਜਿਕ ਸੰਸਕ੍ਰਿਤਿਕ ਆਧਾਰ ਬਾਰੇ ਡਿਸਕਸ ਕਰਾਂਗੇ। ਇਸ ਤੋਂ ਪਹਿਲੇ ਲੈਕਚਰ ਦੇ ਵਿੱਚ ਅਸੀਂ ਸਮਾਜਿਕ ਸਤਰੀਕਰਨ ਦੇ ਜੀਵ ਵਿਗਿਆਨਿਕ ਆਧਾਰ 'ਤੇ ਡਿਸਕਸ ਕਰ ਚੁੱਕੇ ਹਾਂ। ਜੇਕਰ ਉਹ ਲੈਕਚਰ ਚਾਹੀਦਾ ਤਾਂ ਤੁਸੀਂ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲੈਕਚਰ ਆਪਣੇ ਕਲਾਸਮੇਟਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ। ਹਾਂਜੀ, ਹੁਣ ਅਸੀਂ ਦੇਖਦੇ ਹਾਂ ਸਮਾਜਿਕ ਸੰਸਕ੍ਰਿਤਿਕ ਆਧਾਰ ਕੀ ਨੇ ਸਮਾਜਿਕ ਸਤਰੀਕਰਨ ਦੇ। ਸੋਸ਼ੋ ਕਲਚਰਲ ਬੇਸਿਸ। ਸਮਾਜਿਕ ਸੰਸਕ੍ਰਿਤਿਕ ਆਧਾਰਾਂ ਉੱਤੇ ਵੀ ਹਰੇਕ ਸਮਾਜ ਵਿੱਚ ਊਚ ਨੀਚ ਦਾ ਸਤਰੀਕਰਨ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਵੇਖਣ ਨੂੰ ਮਿਲਦਾ ਹੈ। ਇਹਨਾਂ ਆਧਾਰਾਂ ਉੱਤੇ ਬਣੇ ਸਮਾਜਿਕ ਸਤਰੀਕਰਨ ਦੇ ਕੁਝ ਉਦਾਹਰਣ ਅਸੀਂ ਦੇਖਾਂਗੇ। ਸਭ ਤੋਂ ਪਹਿਲਾਂ ਅਸੀਂ ਸਮਾਜਿਕ ਸੰਸਕ੍ਰਿਤਿਕ ਆਧਾਰ ਹੈ ਜਿਹੜਾ ਸਮਾਜਿਕ ਸਤਰੀਕਰਨ ਦਾ ਪਹਿਲਾ ਆਧਾਰ ਹੈ ਉਹ ਹੈ ਆਰਥਿਕ ਆਧਾਰ। ਸਮਾਜਿਕ ਸਤਰੀਕਰਨ ਦਾ ਆਰਥਿਕ ਆਧਾਰ ਇਕਨੋਮਿਕ ਬੇਸਿਸ। ਕਈ ਸਮਾਜਾਂ ਵਿੱਚ ਸੰਪਤੀ ਉੱਤੇ ਅਧਿਕਾਰ ਹੋਣ ਜਾਂ ਨਾ ਹੋਣ ਦੇ ਆਧਾਰ ਉੱਤੇ ਸਮਾਜ ਵਿੱਚ ਊਚ ਨੀਚ ਦਾ ਸਤਰੀਕਰਨ ਦੇਖਿਆ ਜਾਂਦਾ ਹੈ। ਭਾਵ ਜਿਸ ਦਾ ਸੰਪਤੀ 'ਤੇ ਅਧਿਕਾਰ ਹੈ ਉਸ ਦੇ ਕੋਲ ਸੰਪਤੀ ਹੈ, ਇਸ ਕਰਕੇ ਸਮਾਜ ਦੇ ਵਿੱਚ ਉਸ ਦਾ ਸਥਾਨ ਉੱਚ ਹੈ। ਜਿਸ ਦੇ ਕੋਲ ਸੰਪਤੀ ਨਹੀਂ ਹੈਗੀ ਉਸ ਦਾ ਸਮਾਜ ਦੇ ਵਿੱਚ ਸਥਾਨ ਨੀਵ ਹੈ। ਇੱਥੇ ਕਾਰਲ ਮਾਰਕਸ ਦੇ ਅਨੁਸਾਰ ਆਰਥਿਕ ਆਧਾਰ ਉੱਤੇ ਸਤਰੀਕਰਨ ਅਤੀ ਪ੍ਰਾਚੀਨ ਕਾਲ ਦੇ ਸਮਾਜਾਂ ਵਿੱਚ ਵੀ ਪਾਇਆ ਜਾਂਦਾ ਸੀ। ਕਾਰਲ ਮਾਰਕਸ ਇੱਕ ਸਮਾਜ ਵਿਗਿਆਨੀ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਸਮਾਜ ਦੇ ਵਿੱਚ ਆਰਥਿਕ ਆਧਾਰ 'ਤੇ ਸਮਾਜਿਕ ਸਤਰੀਕਰਨ ਬਹੁਤ ਪ੍ਰਾਚੀਨ ਸਮੇਂ ਤੋਂ ਮੌਜੂਦ ਹੈ। ਸਮਾਜ ਵਿੱਚ ਹਮੇਸ਼ਾ ਹੀ ਦੋ ਵਰਗ ਹੁੰਦੇ ਹਨ। ਇੱਕ ਤਾਂ ਉਹ ਵਰਗ ਜੋ ਸੰਪਤੀ, ਪੂੰਜੀ ਜਾਂ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ। ਦੂਸਰਾ ਉਹ ਵਰਗ ਜੋ ਸੰਪਤੀ, ਪੂੰਜੀ ਜਾਂ ਉਤਪਾਦਨ ਦੇ ਸਾਧਨਾਂ ਤੋਂ ਵਾਂਝਾ ਹੁੰਦਾ ਹੈ। ਭਾਵ ਇੱਕ ਵਰਗ ਉਹ ਹੁੰਦਾ ਹੈ ਜਿਸ ਦੇ ਕੋਲ ਸੰਪਤੀ, ਪੂੰਜੀ ਜਾਂ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਦੂਸਰਿਆਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਸੰਪਤੀ, ਪੂੰਜੀ ਜਾਂ ਉਤਪਾਦਨ ਦੇ ਸਾਧਨ ਨਹੀਂ ਹੁੰਦੇ ਅਤੇ ਉਹ ਸਿਰਫ ਆਪਣੀ ਕਿਰਤ ਵੇਚਣ ਲਈ ਮਜਬੂਰ ਹੁੰਦੇ ਹਨ। ਪਹਿਲੇ ਵਰਗ ਦੀ ਸਥਿਤੀ ਸੰਪਤੀ ਉੱਤੇ ਅਧਿਕਾਰ ਹੋਣ ਕਾਰਨ ਸਮਾਜ ਵਿੱਚ ਉੱਚੀ ਹੁੰਦੀ ਹੈ, ਜਦੋਂ ਕਿ ਦੂਸਰੇ ਵਰਗ ਦੀ ਸਥਿਤੀ ਨਿਮਨ ਹੁੰਦੀ ਹੈ। ਇਸ ਲਈ ਉਸ ਨੂੰ ਉੱਚ ਵਰਗ ਦੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਬਣਨਾ ਪੈਂਦਾ ਹੈ। ਆਧੁਨਿਕ ਸਮਾਜ ਵਿੱਚ ਇਹ ਉੱਚ ਅਤੇ ਨਿਮਨ ਵਰਗ ਸਾਨੂੰ ਕਾਰਲ ਮਾਰਕਸ ਅਨੁਸਾਰ ਪੂੰਜੀਪਤੀ ਅਤੇ ਮਜ਼ਦੂਰ ਵਰਗ ਜਾਂ ਸ਼ੋਸ਼ਕ ਅਤੇ ਸ਼ੋਸ਼ਿਤ ਵਰਗ ਦੇ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ। ਇਸ ਉੱਚੇ ਵਰਗ ਨੂੰ ਵੈਬਲੈਨ ਨੇ ਵਿਲਾਸ ਵਰਗ ਅਤੇ ਪਲਾਟੋ ਨੇ ਸ਼੍ਰੇਸ਼ਠ ਵਰਗ ਕਿਹਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਆਧੁਨਿਕ ਉਦਯੋਗਿਕ ਸਮਾਜਾਂ ਵਿੱਚ ਸੰਪਤੀ ਉੱਤੇ ਅਧਿਕਾਰ ਹੋਣ ਜਾਂ ਨਾ ਹੋਣ ਦੇ ਆਧਾਰ 'ਤੇ ਸਮਾਜ ਵਿੱਚ ਊਚ ਨੀਚ ਦਾ ਸਤਰੀਕਰਨ ਹੁੰਦਾ ਹੈ। ਸਮਾਜ ਵਿੱਚ ਵਰਗ ਮੈਂਬਰਸ਼ਿਪ ਦਾ ਸਭ ਤੋਂ ਉੱਚਾ ਪ੍ਰਮਾਣ ਕਿਸੇ ਵਿਅਕਤੀ ਦੀ ਆਮਦਨ ਹੈ। ਕਿਸੇ ਵਿਅਕਤੀ ਦੇ ਯਤਨਾਂ ਜਾਂ ਸੰਪਤੀ ਜੋ ਪ੍ਰਾਪਤ ਧਨ ਨੂੰ ਵਰਗ ਢਾਂਚੇ ਕਲਾਸ ਸਟਰਕਚਰ ਵਿੱਚ ਸਥਾਨ ਦਿੰਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਵਰਗ ਵਿਭਿੰਨਤਾ ਦਾ ਮੁੱਖ ਆਧਾਰ ਧਨ ਜਾਂ ਸੰਪਤੀ ਹੈ ਜਾਂ ਕਿਸੇ ਵਿਅਕਤੀ ਦੀ ਆਮਦਨ ਹੈ। ਇਹ ਕਾਰਕ ਹੋਰ ਸਾਰੇ ਪੂੰਜੀਵਾਦੀ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ, ਪਰੰਤੂ ਅਮਰੀਕਾ ਵਿੱਚ ਇਸ 'ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਆਮਦਨ ਦੇ ਸਾਧਨ ਦੇ ਆਧਾਰ ਉੱਤੇ ਅਮਰੀਕਾ ਦੀ ਜਨਸੰਖਿਆ ਨੂੰ 3 ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ।
ਉਚੇਰਾ ਵਰਗ, ਮੱਧ ਵਰਗ ਅਤੇ ਨਿਮਨ ਵਰਗ। ਇੱਕ ਵਰਗ ਦੇ ਮੈਂਬਰ ਦੂਜੇ ਵਰਗ ਦੇ ਮੈਂਬਰਾਂ ਦੇ ਪ੍ਰਤੀ ਸ਼੍ਰੇਸ਼ਟ ਅਤੇ ਹੀਨਤਾ ਦੀ ਭਾਵਨਾ ਰੱਖਦੇ ਹਨ। ਇੱਕ ਵਰਗ ਦੇ ਮੈਂਬਰ ਆਪਸ ਵਿੱਚ ਬਰਾਬਰੀ ਦਾ ਵਿਵਹਾਰ ਕਰਦੇ ਹਨ ਅਤੇ ਦੂਜੇ ਵਰਗ ਦੇ ਮੈਂਬਰਾਂ ਨਾਲ ਉਹਨਾਂ ਦੇ ਸੰਬੰਧ ਸੀਮਿਤ ਹੁੰਦੇ ਹਨ। ਹਰੇਕ ਵਰਗ ਵਿੱਚ ਅਨੇਕਾਂ ਉਪ ਵਰਗ ਹੁੰਦੇ ਹਨ। ਉਦਾਹਰਨ ਲਈ ਅਮੀਰ ਵਰਗ ਵਿੱਚ ਵੀ ਕਈ ਉਪ ਵਰਗ ਹੁੰਦੇ ਹਨ, ਕਿਉਂਕਿ ਅਮੀਰ ਵਿਅਕਤੀ ਦੀ ਆਮਦਨ ਵਿੱਚ ਆਪਸੀ ਅੰਤਰ ਹੁੰਦਾ ਹੈ। ਕਰੋੜਪਤੀ ਦੀ ਸਥਿਤੀ ਲੱਖਪਤੀ ਨਾਲੋਂ ਜ਼ਰੂਰ ਹੀ ਉੱਚੀ ਹੁੰਦੀ ਹੈ। ਸਮਾਜਿਕ ਵਰਗ ਦਾ ਮੁੱਖ ਆਧਾਰ ਕਿਸੇ ਵਿਅਕਤੀ ਦੀ ਆਰਥਿਕ ਸਥਿਤੀ ਹੋਣ ਕਾਰਨ ਵਰਗਾਂ ਦੀ ਮੈਂਬਰਸ਼ਿਪ ਬਦਲਣ ਦੀ ਵੀ ਸੰਭਾਵਨਾ ਰਹਿੰਦੀ ਹੈ। ਜਦੋਂ ਵਿਅਕਤੀ ਜ਼ਿਆਦਾ ਧਨ ਕਮਾ ਲੈਂਦਾ ਹੈ, ਓਨਾ ਹੀ ਉੱਚਾ ਸਥਾਨ ਪ੍ਰਾਪਤ ਕਰ ਲੈਂਦਾ ਹੈ ਅਤੇ ਧਨ ਕਮਾਉਣ ਵਿੱਚ ਅਸਫਲ ਹੋਣ ਦੇ ਕਾਰਨ ਵਿਅਕਤੀ ਉੱਚੇ ਸਥਾਨ ਤੋਂ ਨੀਵੇਂ ਸਥਾਨ 'ਤੇ ਪਹੁੰਚਣ ਵਿੱਚ ਵੀ ਸਮਾਂ ਨਹੀਂ ਲੱਗਦਾ। ਇਸੇ ਕਰਕੇ ਇਸ ਪ੍ਰਕਾਰ ਦੇ ਸਮਾਜ ਨੂੰ ਖੁੱਲ੍ਹੇ ਵਰਗ ਦਾ ਸਮਾਜ, ਓਪਨ ਕਲਾਸ ਸੁਸਾਇਟੀ ਵੀ ਕਹਿੰਦੇ ਹਨ। ਸ਼ਾਰਟ ਕੁਐਸਚਨ ਆ ਜਾਂਦਾ ਸਮਟਾਈਮ, ਓਪਨ ਕਲਾਸ ਸੁਸਾਇਟੀ। ਤਾਂ ਉਹ ਓਪਨ ਕਲਾਸ ਸੁਸਾਇਟੀ ਕੀ ਹੈ? ਸਮਾਜ ਦੇ ਵਿੱਚ ਆਰਥਿਕ ਆਧਾਰ 'ਤੇ ਸਤਰੀਕਰਨ। ਇੱਥੇ ਵਿਅਕਤੀ ਆਪਣੀ ਆਮਦਨ ਵਧਾ ਕੇ ਉੱਚੇ ਸਥਾਨ 'ਤੇ ਵੀ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਦੀ ਆਮਦਨ ਪਹਿਲਾਂ ਜ਼ਿਆਦਾ ਸੀ, ਕਿਸੇ ਕਾਰਨ ਕਰਕੇ ਉਸਦੇ ਕੋਲ ਹੁਣ ਪੈਸਾ ਨਹੀਂ ਰਿਹਾ, ਤਾਂ ਉਹ ਨੀਵੇਂ ਸਥਾਨ 'ਤੇ ਵੀ ਆ ਸਕਦਾ ਹੈ। ਜਿਵੇਂ ਅਸੀਂ ਦੇਖਿਆ ਜੀਵ ਵਿਗਿਆਨਿਕ ਆਧਾਰ ਸੀਗੇ, ਉਹ ਬਦਲੇ ਨਹੀਂ ਜਾ ਸਕਦੇ। ਸਮਾਜਿਕ ਸੰਸਕ੍ਰਿਤਿਕ ਆਧਾਰ ਸਮਾਜਿਕ ਸਤਰੀਕਰਨ ਦੇ ਅਜਿਹੇ ਆਧਾਰ ਨੇ ਜਿਨ੍ਹਾਂ ਨੂੰ ਵਿਅਕਤੀ ਆਪਣੀ ਮਿਹਨਤ ਨਾਲ ਬਦਲ ਸਕਦਾ ਹੈ। ਅਗਲਾ ਹੈਗਾ ਵਿਵਸਾਏ ਦੇ ਆਧਾਰ 'ਤੇ ਸਤਰੀਕਰਨ, ਭਾਵ ਕੰਮ ਦੇ ਆਧਾਰ 'ਤੇ ਸਤਰੀਕਰਨ। ਸਟ੍ਰੈਟੀਫਿਕੇਸ਼ਨ ਔਨ ਦਾ ਬੇਸਿਸ ਆਫ ਆਕੂਪੇਸ਼ਨ। ਸਮਾਜਾਂ ਵਿੱਚ ਸਮਾਜ ਦੇ ਮੈਂਬਰਾਂ ਦਾ ਵੱਖ-ਵੱਖ ਵਿਵਸਾਏ ਆਕੂਪੇਸ਼ਨ ਸਮੂਹਾਂ ਵਿੱਚ ਵਿਭੇਦੀਕਰਨ ਕੀਤਾ ਜਾਂਦਾ ਹੈ ਅਤੇ ਕੁਝ ਆਕੂਪੇਸ਼ਨ ਨੂੰ ਦੂਸਰੇ ਆਕੂਪੇਸ਼ਨ ਦੀ ਤੁਲਨਾ ਵਿੱਚ ਜ਼ਿਆਦਾ ਇੱਜ਼ਤ ਮਾਣ ਦਿੱਤਾ ਜਾਂਦਾ ਹੈ। ਕਿਸੇ ਇੱਕ ਕੰਮ ਨੂੰ ਦੂਜੇ ਕੰਮ ਦੇ ਮੁਕਾਬਲੇ ਜ਼ਿਆਦਾ ਇੱਜ਼ਤ ਮਾਣ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਉਦਾਹਰਨ ਵਜੋਂ ਆਪਣੇ ਸਮਾਜ ਵਿੱਚ ਇੱਕ ਪ੍ਰੋਫੈਸਰ ਦੇ ਆਕੂਪੇਸ਼ਨ ਦਾ ਸਤਰ ਇੱਕ ਕਲਰਕ ਦੇ ਆਕੂਪੇਸ਼ਨ ਦੇ ਸਤਰ ਨਾਲੋਂ ਹਮੇਸ਼ਾ ਉੱਚਾ ਮੰਨਿਆ ਜਾਂਦਾ ਹੈ। ਇੱਕ ਕਲਰਕ ਦੇ ਆਕੂਪੇਸ਼ਨ ਨੂੰ ਮੋਚੀ ਦੇ ਆਕੂਪੇਸ਼ਨ ਨਾਲ ਸ੍ਰੇਸ਼ਟ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਜਾਤੀ ਪ੍ਰਥਾ ਦੇ ਅਧੀਨ ਬ੍ਰਾਹਮਣਾਂ ਦਾ ਪੇਸ਼ਾ ਅਰਥਾਤ ਪੂਜਾ ਪਾਠ, ਪੜ੍ਹਨਾ ਪੜ੍ਹਾਉਣਾ ਆਦਿ ਸਭ ਤੋਂ ਸ੍ਰੇਸ਼ਟ ਸਨ ਅਤੇ ਉਸ ਦੇ ਬਾਅਦ ਕਰਮਵਾਰ ਕਸ਼ਤਰੀਆਂ, ਵੈਸ਼ਾਂ ਅਤੇ ਸ਼ੂਦਰਾਂ ਦੇ ਪੇਸ਼ਿਆਂ ਨੂੰ ਸਥਾਨ ਪ੍ਰਾਪਤ ਸੀ। ਇਹ ਵੀ ਮੰਨਣ ਵਾਲੀ ਗੱਲ ਹੈ ਕਿ ਇੱਕ ਹੀ ਪ੍ਰਕਾਰ ਦਾ ਪੇਸ਼ਾ ਕਰਨ ਵਾਲੇ ਸਭ ਲੋਕਾਂ ਦੀ ਸਥਿਤੀ ਇੱਕੋ ਜਿਹੀ ਨਹੀਂ ਹੁੰਦੀ। ਉਹਨਾਂ ਵਿੱਚ ਵੀ ਆਪਸ ਵਿੱਚ ਊਚ ਨੀਚ ਦਾ ਪਦਕਰਮ ਪਾਇਆ ਜਾਂਦਾ ਹੈ। ਉਦਾਹਰਨ ਲਈ ਪਹਿਲੀ ਸ਼੍ਰੇਣੀ ਦਾ ਮੈਜਿਸਟ੍ਰੇਟ, ਦੂਜੀ ਸ਼੍ਰੇਣੀ ਦਾ ਮੈਜਿਸਟ੍ਰੇਟ, ਵੱਖ-ਵੱਖ ਸ਼੍ਰੇਣੀਆਂ ਦੇ ਮੈਜਿਸਟ੍ਰੇਟ, ਵੱਖ-ਵੱਖ ਸ਼੍ਰੇਣੀਆਂ ਦੇ ਵੱਖ-ਵੱਖ ਇੰਪਲਾਈ ਹੁੰਦੇ ਹਨ। ਕੋਈ ਪਹਿਲੇ ਦਰਜੇ ਦਾ, ਦੂਜੇ ਦਰਜੇ ਦਾ, ਤੀਜੇ ਦਰਜੇ ਦਾ। ਇਸ ਤਰ੍ਹਾਂ ਇਸ ਆਧਾਰ 'ਤੇ ਵੀ ਸਮਾਜ ਵਿੱਚ ਸਤਰੀਕਰਨ ਵੇਖਣ ਨੂੰ ਮਿਲਦਾ ਹੈ। ਅਗਲਾ ਹੈ ਸਿੱਖਿਆ ਦਾ ਆਧਾਰ। ਇਸ ਤੋਂ ਇਲਾਵਾ ਸਿੱਖਿਆ ਦੇ ਆਧਾਰ 'ਤੇ ਵੀ ਸਮਾਜਿਕ ਸਤਰੀਕਰਨ ਵੇਖਣ ਨੂੰ ਮਿਲਦਾ ਹੈ। ਸਟ੍ਰੈਟੀਫਿਕੇਸ਼ਨ ਔਨ ਦਾ ਬੇਸਿਸ ਆਫ ਐਜੂਕੇਸ਼ਨ। ਸਿੱਖਿਆ ਦੇ ਆਧਾਰ 'ਤੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਸਤਰੀਕਰਨ ਹੈ, ਅਸੀਂ ਦੇਖਦੇ ਹਾਂ। ਸਮਾਜ ਦੀ ਜਨਸੰਖਿਆ ਨੂੰ ਸਿੱਖਿਆ ਦੇ ਆਧਾਰ 'ਤੇ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਸਮਾਜ ਵਿੱਚ ਪੜ੍ਹੇ ਲਿਖੇ ਲੋਕਾਂ ਨੂੰ ਅਨਪੜ੍ਹ ਲੋਕਾਂ ਨਾਲੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਸਥਾਨ ਮੂਰਖਾਂ ਨਾਲੋਂ ਹਮੇਸ਼ਾ ਉੱਚਾ ਰਿਹਾ ਹੈ। ਜਿਹੜੇ ਲੋਕ ਉੱਚ ਵਿੱਦਿਆ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਦੂਸਰਿਆਂ ਦੇ ਮੁਕਾਬਲੇ ਵਿੱਚ ਵਧੇਰੇ ਇੱਜ਼ਤ ਮਾਣ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਅਸੀਂ ਆਮ ਸਮਾਜ ਦੇ ਵਿੱਚ ਵੇਖਦੇ ਹਾਂ ਕਿ ਜਿਹੜਾ ਵਿਅਕਤੀ ਜਿੰਨਾ ਜ਼ਿਆਦਾ ਪੜ੍ਹਿਆ ਲਿਖਿਆ ਹੈ, ਉਸ ਦਾ ਸਮਾਜ ਦੇ ਵਿੱਚ ਓਨਾ ਹੀ ਸਥਾਨ ਉੱਚਾ ਮੰਨਿਆ ਜਾਂਦਾ ਹੈ। ਜੇਕਰ ਕਿਸੇ ਨੇ +2 ਕੀਤੀ ਹੈ ਤਾਂ ਉਸ ਦਾ ਸਥਾਨ ਉਸ ਦੇ ਅਕੋਰਡਿੰਗਲੀ
ਹੋਏਗਾ। ਜੇਕਰ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ ਤਾਂ +2 ਕੀਤੇ ਵਾਲੇ ਵਿਅਕਤੀ ਨਾਲੋਂ ਉਹਦਾ ਸਥਾਨ ਉੱਚਾ ਹੋਏਗਾ ਜਿਹਨੇ ਗ੍ਰੈਜੂਏਸ਼ਨ ਕੀਤੀ ਹੈ। ਜਿਸ ਨੇ ਮਾਸਟਰ ਡਿਗਰੀ ਕੀਤੀ ਹੈ ਉਸ ਦਾ ਸਥਾਨ ਗ੍ਰੈਜੂਏਸ਼ਨ ਵਾਲੇ ਵਿਅਕਤੀ ਤੋਂ ਉੱਚਾ ਹੋਏਗਾ। ਇਸ ਤੋਂ ਅੱਗੇ ਜੇ ਕਿਸੇ ਵਿਅਕਤੀ ਨੇ ਡਾਕਟਰੇਟ ਕੀਤੀ ਹੈ ਤਾਂ ਉਸ ਦਾ ਸਥਾਨ ਇਹਨਾਂ ਸਾਰਿਆਂ ਨਾਲੋਂ ਉੱਚਾ ਹੋਵੇਗਾ। ਇਸ ਤਰ੍ਹਾਂ ਸਮਾਜ ਦੇ ਵਿੱਚ ਸਿੱਖਿਆ ਦੇ ਆਧਾਰ 'ਤੇ ਵੀ ਵਿਅਕਤੀਆਂ ਵਿੱਚ ਸਤਰੀਕਰਨ ਵੇਖਣ ਨੂੰ ਮਿਲਦਾ ਹੈ। ਨੈਕਸਟ ਹੈਗਾ ਰਾਜਨੀਤਿਕ ਆਧਾਰ, ਪੋਲੀਟੀਕਲ ਬੇਸਿਸ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਾਜਨੀਤਿਕ ਆਧਾਰ 'ਤੇ ਵੀ ਸਮਾਜ ਦੇ ਵਿੱਚ ਊਚ ਨੀਚ ਦੇ ਸਤਰੀਕਰਨ ਵੇਖਣ ਨੂੰ ਮਿਲਦਾ ਹੈ। ਰਾਜਨੀਤਿਕ ਸੱਤਾ ਦੇ ਆਧਾਰ 'ਤੇ ਵੀ ਊਚ ਨੀਚ ਦਾ ਸਤਰੀਕਰਨ ਸਾਨੂੰ ਅਕਸਰ ਸਮਾਜਾਂ ਵਿੱਚ ਵੇਖਣ ਨੂੰ ਮਿਲਦਾ ਹੈ। ਸ਼ੁਰੂ ਵਿੱਚ ਪਿਤਾ ਪਰਿਵਾਰ ਦਾ ਮੁਖੀ ਹੁੰਦਾ ਸੀ, ਉਸ ਦੀ ਸੰਤਾਨ ਉਸ ਦੀ ਪ੍ਰਜਾ ਹੁੰਦੀ ਸੀ। ਪਿਤਾ ਹੀ ਪਰਿਵਾਰ ਦਾ ਸੰਚਾਲਕ ਹੁੰਦਾ ਸੀ, ਉਹ ਹੀ ਸੰਪਤੀ ਦੀ ਦੇਖਭਾਲ ਕਰਦਾ ਸੀ। ਪਰਿਵਾਰਿਕ ਝਗੜਿਆਂ ਦਾ ਨਿਪਟਾਰਾ ਵੀ ਉਹੀ ਹੀ ਕਰਦਾ ਸੀ ਅਤੇ ਸਮਾਜਿਕ, ਧਾਰਮਿਕ, ਸਮੁਦਾਇਕ ਵਿਸ਼ਿਆਂ ਵਿੱਚ ਵੀ ਉਸ ਦਾ ਨਿਰਣਾ ਅੰਤਿਮ ਹੁੰਦਾ ਸੀ। ਇਸ ਤਰ੍ਹਾਂ ਉਸ ਵਿੱਚ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਵਿੱਚ ਸੰਬੰਧ ਊਚ ਨੀਚ ਦੀ ਭਾਵਨਾ 'ਤੇ ਆਧਾਰਿਤ ਹੁੰਦੇ ਸਨ। ਹੌਲੀ ਹੌਲੀ ਪਰਿਵਾਰ ਵੱਧਦਾ ਗਿਆ ਅਤੇ ਕਈ ਪਰਿਵਾਰ ਬਣ ਗਏ। ਪਰਿਵਾਰਾਂ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਭਾਵ ਸਭ ਤੋਂ ਵੱਡੀ ਉਮਰ ਦੇ ਪੁਰਸ਼ ਨੂੰ ਪੂਰਨ ਸ਼ਕਤੀ ਪ੍ਰਾਪਤ ਹੁੰਦੀ ਸੀ। ਵੰਸ਼ ਦਾ ਨਾਂ ਵੀ ਉਸ ਦੇ ਨਾਂ 'ਤੇ ਹੀ ਚੱਲਦਾ ਸੀ। ਇਸ ਤਰ੍ਹਾਂ ਕਬੀਲੇ ਦਾ ਮੁਖੀ ਉੱਚਾ ਤੇ ਬਾਕੀ ਸਾਰੇ ਮੈਂਬਰ ਉਸ ਦੇ ਅਧੀਨ ਹੁੰਦੇ ਸਨ। ਭਾਵ ਕਬੀਲੇ ਦੇ ਮੁਖੀ ਦਾ ਸਥਾਨ ਸਮਾਜ ਦੇ ਵਿੱਚ ਉੱਚਾ ਹੁੰਦਾ ਸੀ ਤੇ ਬਾਕੀ ਸਾਰੇ ਉਸ ਦੇ ਅਧੀਨ ਹੁੰਦੇ ਸਨ। ਇਸ ਤਰ੍ਹਾਂ ਪਰਿਵਾਰ ਨੂੰ ਆਪਣਾ ਆਧਾਰ ਬਣਾ ਕੇ ਪਿਤਰ ਪ੍ਰਧਾਨ ਸਿਧਾਂਤ ਦੇ ਅਨੁਸਾਰ ਪਰਿਵਾਰ ਵਿੱਚ ਅਤੇ ਪਿਤਾ ਰਾਜਾ ਵਿੱਚ ਬਦਲ ਜਾਂਦਾ ਸੀ। ਪਰਿਵਾਰ ਤੇ ਸਮਾਜ ਦੇ ਵਿੱਚ ਪਿਤਾ ਇੱਕ ਤਰ੍ਹਾਂ ਦਾ ਰਾਜਾ ਹੀ ਹੁੰਦਾ ਸੀ। ਰਾਜਾ ਤੇ ਪ੍ਰਜਾ ਵਿੱਚ ਊਚ ਨੀਚ ਦਾ ਸਤਰੀਕਰਨ ਹੁੰਦਾ ਹੈ। ਉਹ ਵੀ ਰਾਜਨੀਤਿਕ ਸਤਰੀਕਰਨ ਦਾ ਹੀ ਉਦਾਹਰਣ ਹੈ। ਆਧੁਨਿਕ ਸਮਾਜਾਂ ਵਿੱਚ ਸ਼ਾਸਨ ਵਿਵਸਥਾ ਦੇ ਅੰਤਰਗਤ ਰਾਜਸੀ ਸੱਤਾ ਦੇ ਆਧਾਰ ਉੱਤੇ ਇੱਕ ਊਚ ਨੀਚ ਦਾ ਪਦਕ੍ਰਮ ਸਾਨੂੰ ਵੇਖਣ ਨੂੰ ਮਿਲਦਾ ਹੈ। ਉਦਾਹਰਣ ਲਈ ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਦਾ ਸਥਾਨ ਸ਼ਾਸਨ ਪ੍ਰਣਾਲੀ ਵਿੱਚ ਸਭ ਤੋਂ ਉੱਚਾ ਹੈ। ਉਸ ਦੇ ਬਾਅਦ ਤਰਤੀਬਵਾਰ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੈਬਨਿਟ ਪੱਧਰ ਦੇ ਮੰਤਰੀ ਆਦਿ ਦਾ ਸਥਾਨ ਆ ਜਾਂਦਾ ਹੈ। ਇਸ ਤਰ੍ਹਾਂ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਵਿੱਚ ਉਸ ਪਾਰਟੀ ਰਾਜਨੀਤਿਕ ਪਾਰਟੀ ਦੀ ਸਥਿਤੀ ਉੱਚੀ ਹੁੰਦੀ ਹੈ ਜਿਸ ਦੇ ਹੱਥਾਂ ਵਿੱਚ ਸ਼ਾਸਨ ਹੁੰਦਾ ਹੈ, ਭਾਵ ਜੋ ਸਰਕਾਰ ਚਲਾ ਰਹੀ ਹੁੰਦੀ ਹੈ। ਇਹ ਤਾਂ ਸੀ ਰਾਜਨੀਤਿਕ ਆਧਾਰ। ਪ੍ਰਾਚੀਨ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਰਾਜਨੀਤਿਕ ਆਧਾਰ 'ਤੇ ਊਚ ਨੀਚ ਦੇਖਣ ਨੂੰ ਮਿਲਦਾ ਸੀ। ਆਧੁਨਿਕ ਸਮਾਜ ਵਿੱਚ ਜਿਵੇਂ ਜਿਵੇਂ ਸਮਾਜ ਅੱਗੇ ਵੱਧਦਾ ਗਿਆ, ਵਿਕਾਸ ਕਰਦਾ ਗਿਆ, ਉਸੇ ਤਰ੍ਹਾਂ ਰਾਜਨੀਤਿਕ ਪ੍ਰਣਾਲੀ ਦਾ ਵੀ ਵਿਕਾਸ ਹੋਇਆ ਅਤੇ ਆਧੁਨਿਕ ਸਮਾਜ ਵਿੱਚ ਡੈਮੋਕ੍ਰੇਸੀ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਵੀ ਊਚ ਨੀਚ ਦੇ ਸਥਾਨ ਦੇ ਆਧਾਰ 'ਤੇ ਵੱਖ-ਵੱਖ ਵਿਅਕਤੀਆਂ ਦੇ ਸਥਾਨ ਵੇਖਣ ਨੂੰ ਮਿਲਦੇ ਹੈ। ਅਗਲਾ ਹੈਗਾ ਧਾਰਮਿਕ ਆਧਾਰ। ਇਸ ਤਰ੍ਹਾਂ ਧਾਰਮਿਕ ਆਧਾਰ ਤੇ ਸਮਾਜਿਕ ਸਤਰੀਕਰਨ, ਰਿਲੀਜੀਅਸ ਬੇਸਿਸ। ਸਮਾਜ ਵਿੱਚ ਧਰਮ ਦੇ ਆਧਾਰ 'ਤੇ ਊਚ ਨੀਚ ਦਾ ਸਤਰੀਕਰਨ ਹੋ ਸਕਦਾ ਹੈ। ਉਦਾਹਰਨ ਵਜੋਂ ਭਾਰਤ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਸਮੂਹ ਹਨ। ਇੱਕ ਧਰਮ ਨੂੰ ਮੰਨਣ ਵਾਲਾ ਸਮੂਹ ਦੂਜੇ ਧਰਮ ਦੇ ਸਮੂਹ ਨਾਲੋਂ ਆਪਣੇ ਆਪ ਨੂੰ ਸ਼੍ਰੇਸ਼ਟ ਸਮਝਦਾ ਹੈ। ਇਸ ਤਰ੍ਹਾਂ ਹਰ ਕੋਈ ਆਪਣੇ ਧਰਮ ਨੂੰ ਉੱਚਾ ਮੰਨਦਾ ਹੈ ਅਤੇ ਦੂਜੇ ਧਰਮ ਨੂੰ ਨੀਵਾਂ ਮੰਨਦਾ ਹੈ। ਇਸ ਦੇ ਆਧਾਰ 'ਤੇ ਵੀ ਸਮਾਜ ਵਿੱਚ ਜਿਹੜਾ ਧਰਮ ਦੇ ਆਧਾਰ 'ਤੇ ਸਤਰੀਕਰਨ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਵੱਖ-ਵੱਖ ਆਧਾਰ 'ਤੇ ਸਮਾਜਿਕ ਸਤਰੀਕਰਨ ਵੇਖਣ ਨੂੰ ਮਿਲਦਾ ਹੈ। ਸੋਰੋਕਿਨ ਦੇ ਸ਼ਬਦਾਂ ਵਿੱਚ ਜਦੋਂ ਇੱਕ ਸਮਾਜ ਦੇ ਅੰਤਰਗਤ ਸੱਤਾ ਅਤੇ ਸਨਮਾਨ, ਪ੍ਰਤਿਸ਼ਠਾ ਜਾਂ ਪਦਵੀਆਂ ਦੇ ਆਧਾਰ ਉੱਤੇ ਸਮਾਜਿਕ ਸ਼੍ਰੇਣੀਆਂ ਵਿੱਚ ਊਚ ਨੀਚ ਦਾ ਪਦਕ੍ਰਮ ਹੁੰਦਾ ਹੈ, ਜਾਂ ਜਦੋਂ ਸਮੂਹ ਵਿੱਚ ਸ਼ਾਸਕ ਅਤੇ ਸ਼ਾਸਿਤ ਹਨ ਤਾਂ ਉਹਨਾਂ ਦਾ ਨਾਂ ਭਾਵੇਂ ਕੁਝ ਵੀ ਹੋਵੇ, ਉਸ ਸਮੂਹ ਵਿੱਚ ਰਾਜਨੀਤਿਕ ਸਤਰੀਕਰਨ ਹੁੰਦਾ ਹੈ, ਭਾਵੇਂ ਉਸ ਦੇ ਸੰਵਿਧਾਨ ਵਿੱਚ ਕੁਝ ਵੀ ਲਿਖਿਆ ਹੋਵੇ।
ਜਾਂ ਉਸ ਦੀਆਂ ਘੋਸ਼ਣਾਵਾਂ ਵਿੱਚ ਕੁਝ ਵੀ ਕਿਹਾ ਜਾਂਦਾ ਹੋਵੇ। ਸਪਸ਼ਟ ਹੈ ਕਿ ਰਾਜਨੀਤਿਕ ਸੱਤਾ ਵੀ ਸਮਾਜਿਕ ਸਤਰੀਕਰਨ ਦੇ ਮੁੱਖ ਆਧਾਰਾਂ ਵਿੱਚੋਂ ਇੱਕ ਹੈ। ਇਹ ਸੋਕਿਨ ਨੇ ਰਾਜਨੀਤਿਕ ਸਤਰੀਕਰਨ ਦੇ ਬਾਰੇ 'ਚ ਆਪਣੇ ਵਿਚਾਰ ਦਿੱਤੇ ਹਨ। ਇਸ ਤੋਂ ਇਲਾਵਾ ਨੈਕਸਟ ਹੈਗਾ ਖੂਨ ਸੰਬੰਧ। ਖੂਨ ਸੰਬੰਧਾਂ ਦੇ ਆਧਾਰ 'ਤੇ ਸਮਾਜਿਕ ਸਤਰੀਕਰਨ। ਸੋਸ਼ਲ ਸਟ੍ਰੈਟੀਫਿਕੇਸ਼ਨ ਔਨ ਦਾ ਬੇਸਿਸ ਆਫ ਬਲੱਡ ਰਿਲੇਸ਼ਨ। ਇਸ ਤੋਂ ਇਲਾਵਾ ਸਮਾਜ ਵਿੱਚ ਖੂਨ ਸੰਬੰਧਾਂ ਦੇ ਆਧਾਰ 'ਤੇ ਵੀ ਸਤਰੀਕਰਨ ਵੇਖਣ ਨੂੰ ਮਿਲਦਾ ਹੈ। ਸਮਾਜ ਵਿੱਚ ਵਿਅਕਤੀ ਦੀ ਸਥਿਤੀ ਨਿਰਧਾਰਿਤ ਕਰਨ ਵਿੱਚ ਕੁਲ ਨੂੰ ਮਹੱਤਵ ਦਿੱਤਾ ਜਾਂਦਾ ਹੈ। ਉੱਚ ਕੁਲ ਵਿੱਚ ਜੰਮੇ ਵਿਅਕਤੀ ਨੂੰ ਆਮ ਤੌਰ 'ਤੇ ਉੱਚਾ ਸਥਾਨ ਮਿਲਦਾ ਹੈ। ਕਈ ਦੇਸ਼ਾਂ ਵਿੱਚ ਉੱਚ ਪਦਾਂ ਉੱਤੇ ਵਿਅਕਤੀਆਂ ਦੀਆਂ ਨਿਯੁਕਤੀਆਂ ਕਰਦੇ ਸਮੇਂ ਉਹਨਾਂ ਦਾ ਖਾਨਦਾਨ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਖੂਨ ਸੰਬੰਧਾਂ ਦੇ ਆਧਾਰ 'ਤੇ ਵੀ ਸਮਾਜ ਦੇ ਵਿੱਚ ਸਥਾਨ ਜਿਹੜਾ ਹੈ ਉੱਚਾ ਨੀਵਾਂ ਵਿਅਕਤੀਆਂ ਨੂੰ ਪ੍ਰਾਪਤ ਹੁੰਦਾ ਹੈ। ਇਹ ਤਾਂ ਸਨ ਵੱਖ-ਵੱਖ ਆਧਾਰ 'ਤੇ ਸਮਾਜ ਦੇ ਨੂੰ ਸਤਰੀਕਰਨ ਵਿੱਚ ਵਿਭਾਜਿਤ ਕੀਤਾ ਗਿਆ। ਉਹਨਾਂ ਆਧਾਰਾਂ ਦੀ ਅਸੀਂ ਨੇ ਵਿਆਖਿਆ ਕੀਤੀ ਹੈ, ਉਹਨਾਂ ਆਧਾਰਾਂ ਬਾਰੇ ਅਸੀਂ ਨੇ ਜਾਣਿਆ ਹੈ। ਇਹ ਜਿਹੜਾ ਕੁਐਸਚਨ ਹੈਗਾ ਬੇਸਿਸ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ, ਇਸ 'ਤੇ ਲੌਂਗ ਕੁਐਸਚਨ ਆ ਜਾਂਦਾ ਹੁੰਦਾ ਹੈ ਅਤੇ ਕਿਸੇ ਵੀ ਇੱਕ ਆਧਾਰ 'ਤੇ ਸ਼ਾਰਟ ਕੁਐਸਚਨ ਆ ਸਕਦਾ ਹੈ। ਇਸ ਦੇ ਵਿੱਚੋਂ ਜ਼ਿਆਦਾ ਜਿਹੜਾ ਆਉਣ ਦੇ ਚਾਂਸਿਸ ਹੁੰਦੇ ਨੇ ਉਹ ਹੁੰਦਾ ਹੈ ਆਕੂਪੇਸ਼ਨ ਦੇ ਬੇਸਿਸ 'ਤੇ, ਜਾਂ ਫਿਰ ਇਹ ਤਾਂ ਹੈਗਾ ਸੋਸ਼ਲ ਕਲਚਰ ਦੇ ਵਿੱਚ, ਅਤੇ ਜੀਵ ਵਿਗਿਆਨਿਕ ਬਾਇਓਲੋਜੀਕਲ ਦੇ ਵਿੱਚ ਸੈਕਸ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ, ਜਾਂ ਫਿਰ ਨਸਲ ਦੇ ਆਧਾਰ 'ਤੇ, ਜਾਂ ਇਸ ਤੋਂ ਇਲਾਵਾ ਬਰਥ ਦੇ ਆਧਾਰ 'ਤੇ ਸਮਾਜਿਕ ਸਤਰੀਕਰਨ। ਸ਼ਾਰਟ ਕੁਐਸਚਨ ਆ ਜਾਂਦਾ ਹੈ। ਲੌਂਗ ਕੁਐਸਚਨ ਦੋਨਾਂ ਦੇ 'ਤੇ ਹੀ ਆ ਸਕਦਾ ਹੈ, ਕੋਈ ਇੱਕ ਵੀ ਪੁੱਛ ਲਿਆ ਜਾ ਸਕਦਾ ਹੈ ਅਤੇ ਦੋਨੇ ਹੀ ਪੁੱਛੇ ਜਾ ਸਕਦੇ ਨੇ। ਸਮਾਜਿਕ ਸੰਸਕ੍ਰਿਤਿਕ ਆਧਾਰ ਵੀ ਪੁੱਛੇ ਜਾ ਸਕਦੇ ਨੇ, ਜੀਵ ਵਿਗਿਆਨਿਕ ਅਤੇ ਸਮਾਜਿਕ ਸੰਸਕ੍ਰਿਤਿਕ ਆਧਾਰ ਸਾਰੇ ਹੀ ਮਿਲਾ ਕੇ ਕੁਐਸਚਨ ਆ ਸਕਦਾ ਹੈ। ਇਸ ਲਈ ਇਸ ਦੀ ਅੱਛੀ ਤਰ੍ਹਾਂ ਪ੍ਰੈਪਰੇਸ਼ਨ ਕਰ ਲਿਓ। ਜੇਕਰ ਕਿਤੋਂ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਜੇਕਰ ਲੈਕਚਰ ਸਮਝ ਆ ਰਹੇ ਨੇ, ਤੁਹਾਡੀ ਹੈਲਪ ਹੋ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲੈਕਚਰ ਨੂੰ ਸ਼ੇਅਰ ਕਰਿਆ ਕਰੋ ਅਤੇ ਲਾਈਕ ਦਾ ਬਟਨ ਵੀ ਪ੍ਰੈਸ ਕਰਿਆ ਕਰੋ। ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਬੱਚਿਆਂ ਨੂੰ ਜੋ ਮੈਂ ਪੜ੍ਹਾ ਰਹੀ ਹਾਂ ਉਹ ਸਮਝ ਆ ਰਿਹਾ ਹੈ। ਅਗਲੇ ਲੈਕਚਰ ਦੇ ਵਿੱਚ ਅਗਲਾ ਕੰਸੈਪਟ ਕਵਰ ਕਰਾਂਗੇ। ਥੈਂਕ ਯੂ।